हाँ जी, सब तो पहला तो जी सारिਆਂ ਨੂੰ अस्सलाम वालेकुम जी, सत श्री अकाल सजणों ते मित्रों। ਅਸੀਂ ਵਧੀਆ ਤੇ ਆਸ ਕਰਦੇ ਹਾਂ ਵੀ ਤੁਸੀਂ ਸਾਰੇ ਵੀ ਵਧੀਆ ਹੋਵੋਗੇ ਜੀ। ਅਸਲਮ ਖਾਨ ਵਕਾਰ ਤੇ ਰਾਣਾ ਖਾਲਿਦ ਮਕਬੂਲ ਜੀ ਪੰਜਾਬੀ ਬੈਸਟ ਫਾਰ ਐਵਰ ਤੋਂ ਜੀ ਹਾਜ਼ਰ ਆ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੇਂ ਵਲੌਗ ਦੇ ਨਾਲ। ਤੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਅਸੀਂ ਇਸ ਵੇਲੇ ਮੌਜੂਦ ਆ ਜੀ ਆਪਣੇ ਪਿੱਪਲ ਵਾਲੇ ਸਟੂਡੀਓ ਵਾਲੇ ਡੇਰੇ ਦੇ ਵਿੱਚ ਤੇ ਰਾਣਾ ਸਾਹਿਬ ਅਸਲਮ ਸਾਹਿਬ ਵੀ ਅੱਜ ਆਏ ਹੋਏ ਸੀਗੇ ਤੇ ਅਸੀਂ ਅੱਜ ਸਾਰੀ ਫਸਲਬਾੜੀ ਦੇਖੀ, ਮਿਰਚਾਂ ਦੇਖੀਆਂ। ਰਾਣਾ ਸਾਹਿਬ ਨੂੰ ਵੀ ਵਿਜ਼ਿਟ ਮਰਾਇਆ, ਸਾਰਾ ਪੁੱਛਿਆ ਦੱਸਿਆ ਵੀ ਇਹਨਾਂ ਨੂੰ ਵੀ ਮਿਰਚਾਂ ਦੱਸੋ ਕਿੱਦਾਂ ਦੀਆਂ। ਤੇ ਸ਼ਾਮ ਦਾ ਵੇਲਾ ਆ, ਮੌਸਮ ਦੀ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਅੱਜ ਮੌਸਮ ਜਿਹੜਾ ਅੱਗੇ ਦੀ ਨਿਸਬਤ ਗਰਮ ਸੀਗਾ ਤੇ ਹੁਣ ਜਿਹੜੀਆਂ ਪੂਰੀ ਤਰ੍ਹਾਂ ਵਾਢੀਆਂ ਨੂੰ ਹੱਥ ਪੈ ਗਿਆ ਹੋਇਆ। ਹਾਂ ਬਿਲਕੁਲ ਹੈ ਤੇ ਤੁਸੀਂ ਸੁਣਾਓ ਜੀ ਰਾਣਾ ਸਾਹਿਬ, ਕਿੱਦਾਂ ਦੀ ਲੱਗੀ ਫਸਲ ਤੁਹਾਨੂੰ? ਤੁਸੀਂ ਤਾਂ ਬੜੇ ਦਿਨਾਂ ਤੋਂ ਬਾਅਦ। ਫਸਲ ਬਹੁਤ ਅੱਛੀ ਲੱਗੀ ਤੇ ਬੜਾ ਜਿਹੜਾ ਨਾ ਰੂਹ ਰਾਜੀ ਆ, ਫਲ ਮਾਸ਼ਾਅੱਲਾ ਬਹੁਤ ਅੱਛਾ ਵਾ। ਤੇ ਬਾਕੀ ਕਿਉਂਕਿ ਫਸਲ ਹੋਣੀ ਚਾਹੀਦੀ ਆ, ਰੇਟ ਜਿਹੜੇ ਆ ਨਾ ਉੱਪਰ ਥੱਲੇ ਉਹ ਚੱਲਦੇ ਰਹਿੰਦੇ, ਰੇਟ ਦੇ ਬਾਰੇ 'ਚ ਨਹੀਂ ਪਰੇਸ਼ਾਨ ਹੋਣ। ਦੇਖੋ ਅਗਰ ਤੁਹਾਡੇ ਕੋਲ ਫਸਲ ਨਹੀਂ ਨਾ ਹੈ ਤੇ ਰੇਟ ਜਿੰਨਾ ਮਰਜ਼ੀ ਹੋਵੇ ਤੁਸੀਂ ਕੁਝ ਨਹੀਂ ਵੱਟ ਸਕਦੇ। ਅਗਰ ਤੁਹਾਡੇ ਕੋਲ ਫਸਲ ਹੈ ਨਾ, ਰੇਟ ਥੋੜਾ ਵੀ ਹੋਏਗਾ, ਥੋੜੇ ਵੱਟੋਗੇ। ਫਸਲ ਦਾ ਹੋਣਾ ਜਿਹੜਾ ਵਾ ਨਾ ਉਹ ਜ਼ਿਆਦਾ ਜ਼ਰੂਰੀ ਆ। ਅਰੇ ਫਿਰ ਜਦੋਂ ਕਿਤੇ ਇਸ ਤਰ੍ਹਾਂ ਦੀ ਸੂਰਤ ਹਾਲ ਪੇਸ਼ ਆਉਂਦੀ ਆ ਨਾ ਕਿ ਜਦੋਂ ਰੇਟ ਘਟ ਜੇ ਉਦੋਂ ਫਿਰ ਕਾਫੀ ਸਾਰੇ ਭਾਈ ਜਿਹੜੇ ਆ ਨਾ ਬਦਲ ਹੋ ਜਾਂਦੇ ਆ ਔਰ ਉਹ ਫਸਲ ਦੀ ਦੇਖਭਾਲ ਛੱਡ ਦਿੰਦੇ ਆ। ਔਰ ਜਿਹੜੇ ਮੌਜੂਦ ਰਹਿੰਦੇ ਆ ਨਾ ਉਹ ਸਹੀ ਮਾਇਨਿਆਂ 'ਚ ਫਿਰ ਜਿਹੜਾ ਨਾ ਉਹ ਜਿੱਤਦੇ ਆ, ਕਿਉਂਕਿ ਉਹਨਾਂ ਨੂੰ ਫਿਰ ਬੜਾ ਮੌਕਾ ਮਿਲ ਜਾਂਦਾ ਵਾ। ਤੇ ਮੈਂ ਤਾਂ ਇਹੀ ਕਹਿੰਦਾ ਹੁੰਦਾ ਕਿ ਜਿਸ ਤਰ੍ਹਾਂ ਬਾਅਦ ਔਕਾਤ ਕੁਛ ਜਿਹੜੀ ਟਾਈਮ ਹੁੰਦੇ ਆ ਨਾ, ਕੁਛ ਲੋਕਾਂ ਲਈ ਡਿਜ਼ਾਸਟਰ ਹੁੰਦੇ, ਕੁਛ ਲੋਕਾਂ ਲਈ ਅਪਰਚੁਨਿਟੀ ਹੁੰਦੇ ਆ। ਜਿਹੜੇ ਲੋਕੀ ਡਟੇ ਰਹਿੰਦੇ ਆ ਉਹਨਾਂ ਲਈ ਉਹ ਬੜਾ ਫਾਇਦਾਮੰਦ ਹੁੰਦੀ ਹੈ ਚੀਜ਼, ਤੇ ਜਿਹੜੇ ਲੋਕੀ ਉਹ ਰਹਿ ਗਏ ਤੇ ਉਹ ਰਹਿ ਗਏ। ਰਾਣਾ ਸਾਹਿਬ ਨੇ ਜੀ ਬੜੀ ਸਵਾਦੀ ਗੱਲ ਕੀਤੀ ਆ, ਮੈਨੂੰ ਬੜਾ ਹੌਸਲਾ ਦਿੱਤਾ ਜੀ ਤੇ ਮੈਨੂੰ ਹੌਸਲਾ ਮਿਲਿਆ ਵੀ। ਤੇ ਗੱਲ ਇਹ ਹੈਗੀ ਆ ਵੀ ਰਾਣਾ ਸਾਹਿਬ ਦੀ ਗੱਲ ਵੀ ਇਹ ਬਹੁਤ ਚੰਗੀ ਆ, ਲੇਕਿਨ ਗੱਲ ਦੂਜੇ ਪਾਸੇ ਇੱਧਰ ਵੀ ਜਾਂਦੀ ਆ ਵੀ ਜੇ 400-500 ਰੁਪਈਆ ਰੇਟ ਹੋਵੇ ਤਾਂ ਬੰਦਾ ਕਿੰਨੀ ਦੇਰ ਘਾਟਾ ਬਰਦਾਸ਼ਤ ਕਰ ਸਕਦਾ। ਘਾਟਾ ਇੱਕ ਲਹਿਦਾ ਵਕਤੀ ਤੌਰ ਦੇ ਉੱਤੇ ਜਿਹੜਾ ਨੁਕਸਾਨ ਆ ਵੀ ਹਰ ਰੋਜ਼ ਦੇ ਲੇਬਰ ਦਾ 5-7 ਹਜ਼ਾਰ 10 ਹਜ਼ਾਰ ਜ਼ਿਆਦਾ ਦੇਰ ਉਹੀ ਚੱਲ ਸਕਦੇ ਆ। ਰਾਣਾ ਸਾਹਿਬ ਦੀ ਗੱਲ ਤਰ੍ਹਾਂ ਵੀ ਜਿਨ੍ਹਾਂ ਵਾਸਤੇ ਅਪਰਚੂਨਿਟੀਜ਼ ਇਹਨੇ ਬਣਨਾ ਹੋਵੇ ਫਸਲ ਨੇ, ਵੀ ਉਹ ਖਰਚਾ ਕਰਦੇ ਰਹਿਣ। ਅਸੀਂ ਵੀ ਅਲਹਮਦੁਲਿਲਾ ਜੁੜੇ ਹੋਏ ਤਾਂ ਹੈ ਹੀ ਆ। ਫਸਲ ਮਾਸ਼ਾਅੱਲਾ ਬਹੁਤ ਸੋਹਣੀ ਹੈਗੀ ਆ, ਬੜੀ ਜ਼ਬਰਦਸਤ ਆ। ਰਾਣਾ ਸਾਹਿਬ ਆ ਸਫੈਦੇ ਦਾ ਪੌਦਾ, ਮੈਨੂੰ ਜੀ ਸਫੈਦੇ ਦਾ ਪੌਦਾ ਦੇਖ ਕੇ ਰਾਣਾ ਸਾਹਿਬ ਇੱਕ ਗੱਲ ਯਾਦ ਆਈ ਵੀ ਸਾਡੇ ਇੱਕ ਦੋਸਤ ਆ, ਤੁਹਾਨੂੰ ਵੀ ਉਹਨਾਂ ਨੇ ਭੇਜੀ ਹੋਣੀ, ਰਹਾਨ ਸਾਹਿਬ ਆ ਹੈ ਅਮਰੀਕਾ ਤੋਂ। ਉਹਨਾਂ ਨੇ ਕੱਲ ਮੈਨੂੰ ਇੱਕ ਫੋਟੋ ਭੇਜੀ ਸੀਗੀ ਉੱਥੇ ਦੀ, ਉਹ ਮੈਂ ਉਹਨਾਂ ਨੂੰ ਦੱਸਿਆ ਸੀਗਾ ਆਪਣੇ ਹਿਸਾਬ ਦੇ ਨਾਲ, ਪਰ ਉਹ ਕਹਿੰਦੇ ਆ ਵੀ ਉਹ ਅਮਰੀਕਾ ਦਾ ਸ਼ਰੀ ਆ। ਉਹ ਤੁਸੀਂ ਵੀ ਦੇਖਿਆ ਹੋਣਾ, ਚਿੱਟੇ ਚਿੱਟੇ ਫੁੱਲ, ਬਹੁਤ ਸੋਹਣੇ ਫੁੱਲ ਆ, ਬਹੁਤ ਸੋਹਣੇ ਫੁੱਲ ਆ, ਸ਼ਰੀ ਤਰ੍ਹਾਂ ਦਾ ਹੀ ਬੂਟਾ ਸੀਗਾ। ਤੇ ਗਰਮੀ ਜਿਹੜੀ ਆ ਉਹ ਰਾਣਾ ਸਾਹਿਬ ਹੁਣ ਅੱਗੇ ਨਾਲੋਂ ਵੱਧ ਗਈ ਹੋਈ ਆ। ਤੇ ਰਾਣਾ ਸਾਹਿਬ ਦੀ ਕਣਕ ਵੀ ਜਿੱਦਾਂ ਤੁਹਾਨੂੰ ਦਿਖਾਈ ਸੀਗੀ ਉਹ ਨਿਕਲ ਗਈ ਹੋਈ ਆ, ਕਢਾ ਲਈ ਹੋਈ ਆ। ਤੇ ਬਾਕੀ ਰਾਣਾ ਸਾਹਿਬ ਮੈਂ ਅੱਜ ਇੱਕ ਗਾਣਾ ਸੁਣ ਰਿਹਾ ਸੀਗਾ ਅੱਗੇ, ਸੰਮੀ ਮੇਰੀ ਵਾਰ ਮੈਂ ਵਾਰੀ ਨਹੀਂ, ਮੈਂ ਵਾਰੀ ਨਹੀਂ ਸੰਮੀ ਹੈ, ਏਦਾਂ ਕਰਕੇ ਸੰਮੀ ਮੇਰੀ ਵਾਰ ਮੈਂ ਵਾਰੀਆਂ ਨਹੀਂ ਸੰਮੀ ਹੈ। ਰਾਣਾ ਸਾਹਿਬ ਜਦੋਂ ਅਸੀਂ ਕਿਧਰੇ ਕੋਈ ਗਾਣਾ ਸੁਣਦੇ ਆ ਨਾ, ਸਾਨੂੰ ਉਹਦਾ ਪਿੱਛੇ ਦਾ ਥੀਮ ਕੋਈ ਨਹੀਂ ਪਤਾ ਹੁੰਦਾ ਵੀ ਇਹ ਕੀ ਗੱਲ ਆ, ਇਹਦੇ ਪਿੱਛੇ ਕੀ। ਅਸੀਂ ਬੜੇ ਉਹਦੇ ਨਾਲ ਸੁਣਦੇ ਆ ਜਦੋਂ ਇਹ ਗਾਣਾ ਰੋਖੜੀ ਸਾਹਿਬ ਦਾ ਕਿਧਰੇ ਕੰਨਾਂ 'ਚ ਪੈਂਦਾ ਵੀ ਸੰਮੀ ਮੇਰੀ ਵਾਰ ਹੈ। ਵੀ ਇਹ ਅਸੀਂ ਜੇ ਆਮ ਅਸੀਂ ਜਿਹੜਾ ਸਾਡਾ ਲੋਕਲ ਕਲਚਰ ਆ, ਜਿਹਨੂੰ ਅਸੀਂ ਰਚਨਾਵੀ ਕਹਿ ਲਈਏ, ਰਾਵੀ ਤੇ ਚਨਾਹ ਦੇ ਦਰਮਿਆਨ ਵਾਲਾ ਜਿਹੜਾ, ਇਹਦੇ ਵਿੱਚ ਅਕਸਰ ਜਦੋਂ ਵਿਆਹਾਂ ਸ਼ਾਦੀਆਂ ਦੇ ਉੱਤੇ ਸੰਮੀ ਖੇਡੀ ਜਾਂਦੀ ਹੈ ਨਾ ਜੀ, ਤੇ ਉੱਥੇ ਇਹ ਗਾਣਾ ਗਾਇਆ ਜਾਂਦਾ। ਪਰ ਰਾਣਾ ਸਾਹਿਬ ਕਹਿੰਦੇ ਆ ਵੀ ਇਸ ਗਾਣੇ ਦੀ ਦਾਸਤਾਨ ਬੜੀ ਅਜੀਬ ਆ, ਉਹ ਤੁਹਾਨੂੰ ਪਤਾ ਹੋਣੀ ਆ। ਇਹਦੇ ਬਾਰੇ ਚ ਅੱਜ ਕੋਈ ਰੋਸ਼ਨੀ ਪਾਓ। ਹਾਂਜੀ, ਇਹ ਜਿਹੜਾ ਸੰਮੀ ਵਾਲਾ ਹੈ ਨਾ ਗਾਣਾ, ਇਹਦੇ ਬਾਰੇ ਚ ਜਿਹੜੀ ਮਸ਼ਹੂਰ ਰਵਾਇਤ ਆ ਉਹ ਇਹ ਆ ਕਿ ਰਾਜਸਥਾਨ ਆਨਾ ਇੰਡੀਆ ਚ ਜਿਹੜਾ ਇਲਾਕਾ, ਉੱਥੇ ਇੱਕ ਰਾਜਾ ਹੁੰਦਾ ਸੀ, ਮਹਾਰਾਜਾ ਰਾਜਾ ਅਬੇ। ਹਾਂ, ਤੇ ਉਹਨਾਂ ਨੇ ਨਾ ਆਪਣੀ ਰਾਣੀ ਲਈ ਉਦੈਪੁਰ ਰਿਆਸਤ ਸੀ ਉਹਨਾਂ ਦੀ, ਉਹ ਬਣਾਉਣਾ ਚਾਹ ਰਹੇ ਸੀ ਮਹੱਲ। ਤੇ ਕਿਸੇ ਨੇ ਕਿਹਾ ਵੀ ਲੱਕੜੀ ਜਿਹੜੀ ਹੈ ਨਾ ਜੰਡ ਦੀ ਲਾਓ। ਜੰਡ ਦੀ ਲੱਕੜੀ ਜਿਹੜੀ ਹੈ ਨਾ ਬੜੀ ਅੱਛੀ ਤੇ ਮਜ਼ਬੂਤ ਲੱਕੜੀ ਜਿਹੜੀ ਹੈ ਨਾ ਗਿਣੀ ਜਾਂਦੀ ਹੈ। ਤੇ ਗੁਜਰਾਤੀ ਤੇ ਹਿੰਦੀ ਚ ਨਾ ਸੰਸਕ੍ਰਿਤ ਚ ਜੰਡ ਨੂੰ ਸੰਮੀ ਕਹਿੰਦੇ ਆ। ਸੰਮੀ, ਆਹ ਕੀ ਬਾਤ। ਰਾਣਾ ਸਾਹਿਬ ਇੱਥੇ ਰੁਕਿਓ ਇੱਕ ਮਿੰਟ। ਵੀ ਆ ਤੁਸੀਂ ਦੇਖੋ ਵੀ ਆ ਜਿੱਦਾਂ ਪੌਦਾ ਨਾ, ਇਹਨੂੰ ਟਾਹਲੀ ਕਹਿੰਦੇ ਆ, ਬਿਲਕੁਲ ਜੰਡ ਨੂੰ ਇਦਾਂ ਸੰਮੀ ਕਹਿੰਦੇ ਆ। ਸੰਮੀ ਕਹਿੰਦੇ ਉਸ ਇਲਾਕੇ 'ਚ, ਯਾਨੀ ਕਿ ਜਿਹੜਾ ਜੰਡ ਨੂੰ ਨਾ ਖਜਰੇਲੀ ਗਾਲਬਨ ਕਹਿੰਦੇ ਰਾਜਸਥਾਨ 'ਚ। ਅੱਛਾ ਅੱਛਾ, ਆਪਣੇ ਜੰਡ ਕਹਿੰਦੇ ਆ, ਕੁਛ ਇੱਕ ਦੋ ਜਗ੍ਹਾ ਤੇ ਹੋਰ ਯਾਨੀ ਕਿ ਮੁਖਤਲਿਫ ਕਿਸਮ ਦੇ ਨਾਮ ਆ। ਉਹ ਜਦੋਂ ਫਿਰ ਉਹ ਜੰਡ ਦੇ ਦਰਖਤ ਲੱਭਣ ਚੱਲ ਪਏ ਨਾ, ਸਿਪਾਹੀਆਂ ਨੂੰ ਇੱਕ ਜਗ੍ਹਾ ਤੇ
ਨਜ਼ਰ ਆ ਗਏ ਕਾਫੀ ਸਾਰੇ। ਉੱਥੇ ਰਹਿੰਦੇ ਸੀ ਬਿਸ਼ਨੋਈ। ਅੱਛਾ ਬਿਸ਼ਨੋਈ ਜਿਹੜੇ ਆ ਨਾ ਇੱਕ ਹੈ ਯਾਨੀ ਕਿ ਇੱਕ ਗੁਰੂ ਦੇ ਚੇਲੇ ਆ ਇੱਕ ਕਿਸਮ ਦੇ। ਅੱਛਾ ਅੱਛਾ ਉਹਨਾਂ ਦੇ ਵਿਸ਼ ਹੈਗਾ ਵਾ 20 ਨੂੰ ਕਹਿੰਦੇ ਆ ਹਾਂ ਤੇ ਨੋਈ ਕਹਿੰਦੇ 9 ਨੂੰ, ਯਾਨੀ ਕਿ 29 ਅਸੂਲ ਆ ਉਹਨਾਂ ਦੇ। ਉਹ 29 ਅਸੂਲਾਂ ਚੋਂ ਜਿਹੜਾ ਨਾ 2-3 ਇਹ ਆ ਕਿ ਦਰਖਤ ਜਿਹੜਾ ਵਾ ਨਾ ਹਰਾ ਉਹ ਨਹੀਂ ਕੱਟਣਾ। ਸਹੀ ਹੈ, ਕਿਸੇ ਜਾਨਦਾਰ ਨੂੰ ਮਾਰਨਾ ਨਹੀਂ, ਬਲਕਿ ਉਹ ਜੀਵਨ ਕਿ ਆਪਣੀ ਜੂੰ ਤੱਕ ਨਹੀਂ ਮਾਰਦੇ ਵੀ ਇਹ ਵੀ ਜਾਨਦਾਰ ਆ ਜਿਹੜਾ ਵਾ ਨਾ। ਆ ਤੇ ਜਾਨਦਾਰ ਤਾਂ ਜੂ ਜਾਨਦਾਰ ਤੇ ਬਿਲਕੁਲ ਨਹੀਂ ਨੁਕਸਾਨ ਯਾਨੀ ਕਿ ਜਿਹੜਾ ਪੰਛਾਣਾ। ਉੱਥੇ ਉਹ ਜੰਡ ਦੇ ਦਰਖਤ ਸੀ, ਉਹ ਬਿਸ਼ਨੋਈ ਰਹਿੰਦੇ ਸੀ। ਉੱਥੇ ਸਿਪਾਹੀਆਂ ਨੇ ਜਦੋਂ ਘੇਰਾ ਪਾਣਾ ਸ਼ੁਰੂ ਕੀਤਾ ਤੇ ਉੱਥੇ ਇੱਕ ਬੀਬੀ ਹੈ ਸੀ ਉਸ ਇਲਾਕੇ ਦੀ, ਅਮ੍ਰਿਤਾ ਦੇਵੀ। ਉਹਨੇ ਕਿਹਾ ਵੀ ਇਹ ਮੈਂ ਤਾਂ ਨਹੀਂ ਵੱਢਣ ਦੇਣੇ ਹੈ ਦਰਖਤ। ਕਿਉਂ ਜੀ? ਉਹਨੇ ਕਿਹਾ ਵੱਢਣੇ। ਉਹ ਲਿਪਟ ਗਈ ਇੱਕ ਦਰਖਤ ਨਾਲ। ਉਹਨੇ ਕਿਹਾ ਵੀ ਮੈਨੂੰ ਪਹਿਲਾਂ ਵੱਢੋਗੇ ਤੇ ਫੇਰ ਹੀ ਦਰਖਤ ਜਿਹੜਾ ਨਾ ਵਾਹ ਜੀ ਵਾਹ ਵੱਢਣਾ। ਉਹਨਾਂ ਨੇ ਖੈਰ ਕੁਹਾੜਾ ਚਲਾਇਆ, ਬੀਬੀ ਵੱਢ ਦਿੱਤੀ, ਦਰਖਤ ਵੀ ਵੱਢ ਦਿੱਤੇ। ਉਸ ਤੋਂ ਬਾਅਦ ਉਹਦੀਆਂ 3 ਕੁੜੀਆਂ ਸੀ। ਅੱਛਾ ਹਾਂ, ਜਿਨ੍ਹਾਂ ਦੇ ਹੁਣ ਨਾਮ ਇਸ ਟਾਈਮ ਮੇਰੇ ਜ਼ਿਹਨ 'ਚ ਨਹੀਂ ਹੈ। ਹੈਗੇ। ਤੇ ਉਹ ਇੱਕ ਇੱਕ ਕੁੜੀ ਨਾਲ ਦਰਖਤ ਨਾਲ ਲਿਪਟਣਾ ਸ਼ੁਰੂ ਹੋ ਗਈ। ਤੇ ਉਹਨੇ ਫਿਰ ਸੰਮੀ ਮੇਰੀ ਵਾਰ ਵੀ ਹੁਣ ਮੇਰੀ ਵਾਰੀ ਆ, ਮੈਂ ਵਾਰੀ ਹੈ ਵੀ ਮੈਂ ਕੁਰਬਾਨ ਹੈ, ਵਾਰੀਆਂ ਨਹੀਂ ਸੰਮੀਆਂ। ਹਾਂ ਵੀ ਇਹ ਜੰਡ ਜਿਹੜਾ ਵਾ ਨਾ ਹੁਣ ਕੁਰਬਾਨ ਹੋਣ ਦੀ ਮੇਰੀ ਵਾਰੀ ਆ, ਮੈਂ ਤੇਰੇ ਤੇ ਕੁਰਬਾਨ ਹੈ। ਤੇ ਉਹ ਕਹਿੰਦੇ ਤਿੰਨੇ ਯਾਨੀ ਕਿ ਜਿਹੜੀਆਂ ਨਾ ਭੈਣਾਂ ਉਹ ਕੁਰਬਾਨ ਹੋ ਗਈਆਂ। ਉਸ ਤੋਂ ਬਾਅਦ ਜਦੋਂ ਪਿੰਡ ਦੇ ਲੋਕਾਂ ਨੂੰ ਲੱਗਾ, ਉਹ ਵੀ ਸਾਰੇ ਦਰਖਤਾਂ ਨਾਲ ਲਿਪਟਣਾ ਸ਼ੁਰੂ ਹੋ ਗਏ। ਕੋਈ 363 ਬੰਦਾ ਜਿਹੜਾ ਵਾ ਨਾ, ਅੱਛਾ ਉਹਨਾਂ ਨੇ ਆਪਣੀ ਜਾਨ ਦੇ ਦਿੱਤੀ। ਜਦੋਂ ਰਾਜਾ ਸਾਹਿਬ ਨੂੰ ਪਤਾ ਲੱਗਾ, ਉਹਨੇ ਖਰ ਰੁਕਵਾਤਾ ਕੰਮ, ਲੇਕਿਨ ਨੁਕਸਾਨ ਜਿਹੜਾ ਨਾ ਕਾਫੀ ਸਾਰਾ ਹੋ ਗਿਆ ਸੀ। ਯਾਨੀ ਕਿ ਦਰਖਤਾਂ ਨੂੰ ਲੋਕ ਇੰਨੀ ਮੁਹੱਬਤ ਜਿਹੜਾ ਵਾ ਨਾ ਕਰਦੇ ਸੀ ਵੀ ਉਹਨਾਂ ਨੇ ਆਪਣੀ ਜਾਨ ਦੇ ਕੇ ਨਾ ਦਰਖਤ ਬਚਾਏ। ਤੇ ਸਾਡੇ ਆਮ ਤੌਰ ਤੇ ਨਾ ਇਹ ਸਮਝਿਆ ਜਾਂਦਾ ਵੀ ਇਹ ਕੋਈ ਖੁਸ਼ੀ ਦਾ ਗੀਤ ਆ, ਹੈ ਇਹ ਤਾਂ ਬੜਾ ਅਲਮੀਆਂ ਤੇ ਨੋਹਾ ਹੈ ਆ। ਤੇ ਉਹਦੇ ਦੂਸਰੀ ਪੈਰਲਲ ਯਾਨੀ ਕਿ ਜਿਹੜਾ ਵਾ ਉਹ ਢੋਲ ਸੰਮੀ ਵਾਲਾ ਯਾਨੀ ਕਿ ਕਿੱਸਾ ਵਾ, ਉਹਦੇ ਤੋਂ ਉਹ ਤਾਂ ਸੰਮੀ ਲਫ਼ਜ਼ ਤੋਂ ਆ ਗਿਆ ਨਾ। ਵੀ ਜਿੱਦਾਂ ਹੁਣ ਦੇਖੋ ਜੀ, ਅਸੀਂ ਅੱਜ ਬੈਠੇ ਸੀ ਆਪਣੇ ਉਹ ਪਿੱਪਲ ਦੇ ਥੱਲੇ, ਇੱਥੋਂ ਲੱਗਿਆ ਇੱਕ ਟਰੈਕਟਰ ਵਾਲਾ, ਉਹਦੇ ਉੱਤੇ ਇਹ ਗਾਣਾ ਲੱਗਾ ਹੋਇਆ ਸੀਗਾ, ਸੰਮੀ ਮੇਰੀ ਵਾਰ ਹੈ ਮੈਂ ਵਾਰੀ ਮੈਂ ਵਾਰੀਆਂ ਵੇ ਸੰਮੀਆਂ। ਉਹ ਸੁਣ ਕੇ ਮੈਂ ਗਾਣ ਜਿਹਾ ਲੱਗ ਗਿਆ ਤੇ ਰਾਣਾ ਸਾਹਿਬ ਕਹਿਣ ਲੱਗੇ ਵੀ ਤੈਨੂੰ ਇਸ ਗੱਲ ਦਾ ਪਤਾ ਵੀ ਇਹ ਗਾਣਾ ਕਿਵੇਂ ਹੈਗਾ? ਮੈਂ ਕਿਹਾ ਵੀ ਮੈਨੂੰ ਥੋੜੀ ਜਿਹੀ ਕੋਈ ਪਤਾ ਸੀਗੀ, ਲੇਕਿਨ ਜ਼ਿਆਦਾ ਮਾਲੂਮਾਤ ਨਹੀਂ ਸੀਗੀਆਂ। ਮੈਨੂੰ ਇੰਨਾ ਕੁ ਪਤਾ ਸੀ ਵੀ ਇਹ ਗਾਣਾ ਲਿਖਿਆ ਕਿਸੇ ਹੋਰ ਪਰਾਏ ਦੇ ਵਿੱਚ ਹੋਇਆ, ਲੇਕਿਨ ਅਸੀਂ ਇਹਨੂੰ ਕਿਸੇ ਹੋਰ ਜਗ੍ਹਾ ਤੇ ਉਹ ਕਰਦੇ। ਤੇ ਰਾਣਾ ਸਾਹਿਬ ਕਹਿਣ ਲੱਗੇ ਵੀ ਫਿਰ ਗੱਲ ਕੀ ਅੱਜ ਫਿਰ ਜਿਹੜੇ ਆਪ ਵੀ ਇਸ ਬਾਰੇ 'ਚ ਉਹ ਹੁੰਦੇ ਆ ਤੇ ਆਪਣੇ ਦੇਖਣ ਵਾਲਿਆਂ ਨਾਲ ਵੀ ਗੱਲਬਾਤ ਇਸੇ ਬਾਰੇ 'ਚ ਕਰਦੇ ਆ। ਤੇ ਗੱਲ ਰਾਣਾ ਸਾਹਿਬ ਦੀ ਬਿਲਕੁਲ ਠੀਕ ਆ ਜੀ, ਵੀ ਜਿਹੜੇ ਬੂਟਾ ਦਰਖਤ ਆ, ਠੀਕ ਆ ਜੀ। ਹੁਣ ਅਸੀਂ ਇੱਥੇ ਵੀ ਉਹ ਦੇਖੋ ਵੀ ਉਧਰ ਵੀ ਉਹ ਟਾਹਲੀਆਂ ਹੁਣ ਹੋ ਰਹੀਆਂ ਹੈਗੀਆਂ, ਆਹ ਟਾਹਲੀਆਂ ਵੀ ਕਈ ਬੰਦੇ ਕਹਿ ਦਿੰਦੇ ਆ ਵੀ ਮੇਰੇ ਇੱਥੇ ਬੂਟੇ ਘੱਟ ਆ, ਇੰਨੇ ਘੱਟ ਨਹੀਂ ਹੈਗੇ। ਖਾਲਿਆਂ ਤੇ ਹੈ, ਲੇਕਿਨ ਇਹ ਪਹਿਲਾਂ ਨਹੀਂ ਸੀ। ਉਹ ਉਧਰ ਤੁਸੀਂ ਦੇਖੋ ਵੀ ਇਹ ਵੀ ਆ ਲੱਗੇ ਹੋਏ, ਫਿਰ ਆ ਵੀ ਹਾਂ ਤਦਾਦ ਤੁਸੀਂ ਇਹਦੀ ਇਹ ਨਹੀਂ ਕਰ ਸਕਦੇ ਵੀ ਬਹੁਤ ਜ਼ਿਆਦਾ, ਲੇਕਿਨ ਹੁਣ ਹੌਲੀ ਖਾਲਿਆਂ ਤੇ ਇਹ ਤੁਹਾਨੂੰ ਮੈਂ ਦਿਖਾਣਾ ਇੱਧਰ, ਇਹ ਦੇਖੋ, ਇਹ ਤੋੜ ਇਹ ਦੇਖੋ। ਕਈ ਦੋਸਤ ਕਮੈਂਟਾਂ 'ਚ ਗੱਲ ਕਰ ਦਿੰਦੇ ਆ ਵੀ ਉਹ ਫਿਰ ਹੁਣ ਅੱਜ ਕੱਲ ਜਿਹੜਾ ਆ ਹੁਣ ਬਹਾਰ ਜੀ ਸ਼ੁਰੂ ਹੋਈ ਆ। ਹਾਂਜੀ, ਤੇ ਬਾਕੀ ਇਨਸ਼ਾਅੱਲਾ ਹੋਰ ਵੀ ਲਾਵਾਂਗੇ, ਥੋੜੇ ਆ ਲਾਵਾਂਗੇ ਜ਼ਰੂਰ ਇਨਸ਼ਾਅੱਲਾ। ਇਹ ਵਾਕਿਆ ਜਿਹੜਾ ਨਾ 1773 ਦਾ ਵਾ। ਅੱਛਾ 1773 ਯਾਨੀ ਕਿ ਕੋਈ 250 ਸਾਲ ਪਹਿਲੇ ਦਾ। ਲੇਕਿਨ ਅਗਰ ਅੱਜ ਦੇਖੀਏ ਨਾ ਤੇ ਅੱਜ ਜ਼ਿਆਦਾ ਜ਼ਰੂਰਤ ਆ ਦਰਖਤਾਂ ਨੂੰ ਬਚਾਉਣ ਦੀ। ਆ ਹੁਣ ਮਹੀਨੇ ਕੁ ਬਾਅਦ ਜਿਹੜੀ ਸੂਰਤ ਹਾਲ ਹੋਣੀ ਆ ਨਾ, ਫਸਲਾਂ ਨੂੰ, ਹਾਂਜੀ ਜ਼ਿਮੀਦਾਰੇ ਨੂੰ ਨਾ ਪੈਸਟੀਸਾਈਡ ਤੋਂ ਐਡਾ ਖਤਰਾ, ਪੈਸਟ ਤੋਂ ਪੈਸਟੀਸਾਈਡ ਤੋਂ ਨਾ, ਯਾਨੀ ਕਿ ਖਾਦਾਂ ਤੋਂ ਐਡਾ ਖਤਰਾ ਨਾ, ਇਹਨਾਂ ਨੂੰ ਰੇਟਾਂ ਤੋਂ ਐਡਾ ਖਤਰਾ। ਇਸ ਟਾਈਮ ਜ਼ਿਮੀਦਾਰੇ ਨੂੰ ਸਭ ਤੋਂ ਵੱਡਾ ਖਤਰਾ ਨਾ ਜਿਹੜਾ ਮੌਸਮ ਦਾ, ਕੋਈ ਸ਼ੱਕ ਨਹੀਂ, ਗਰਮੀ ਦਾ। 2 ਸਾਲ ਪਹਿਲੇ ਥੋੜੇ ਜਿਹੇ ਦਿਨ ਯਾਨੀ ਕਿ 5-7 ਦਿਨ ਯਾਨੀ ਕਿ ਜਿਹੜਾ ਨਾ ਗਰਮੀ ਪਈ, ਉਹਦਾ ਇੰਪੈਕਟ ਇਹ ਸੀ ਕਿ ਮੁੰਜੀ ਨੂੰ ਦਾਣਾ ਨਹੀਂ ਪਿਆ, ਕੱਦੂਆਂ ਨੂੰ ਜਿਹੜਾ ਵਾ ਨਾ ਫੁੱਲ ਖੁਸ਼ਕ ਹੋ ਗਏ, ਛੋਟੇ ਛੋਟੇ ਕੱਦੂ ਜਿਹੜੇ ਸੀ, ਤਿਲਾਂ ਨੂੰ ਬਹੁਤ ਘੱਟ, ਯਾਨੀ ਕਿ ਗਰਮੀਆਂ ਦੀ ਫਸਲ ਨੂੰ ਕੋਈ ਫਸਲ ਹੋਏਗੀ ਕਿ ਜਿਹਨੂੰ ਨਾ ਉਦੋਂ ਦਾਣਾ ਪਿਆ। ਹਾਂਜੀ, ਮੱਕੀ ਤੋਂ ਬੜਾ ਦੀਆਂ ਛੱਲੀਆਂ ਬਹੁਤ ਸਾਰੀਆਂ, ਯਾਨੀ ਕਿ ਉਹਦੇ ਯਾਨੀ ਕਿ ਸਭ ਤੋਂ ਜ਼ਿਆਦਾ ਵੱਡਾ ਇੰਪੈਕਟ ਜਿਹੜਾ ਵਾ ਨਾ ਇਹਦਾ ਹੈ। ਤੇ ਜਿਸ ਤਰ੍ਹਾਂ ਯਾਨੀ ਕਿ ਮੌਸਮ ਹੋ ਰਹੇ ਆ ਗਰਮ, ਤੇ ਮੈਨੂੰ ਡਰ ਲੱਗਦਾ ਕਿ ਆਉਣੇ ਵਾਲੇ 10-15 ਸਾਲਾਂ 'ਚ ਨਾ ਗਰਮੀਆਂ ਦਾ ਜ਼ਿਮੀਦਾਰ ਟੋਟਲੀ ਤੌਰ ਤੇ ਵਾਈਪ ਆਊਟ ਨਾ ਹੋ ਜਾਏ। ਹਾਂ ਬਿਲਕੁਲ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਫਿਰ ਦੱਸਾਂ ਕਿਆ ਵਾ,
ਜਿਸ ਤਰ੍ਹਾਂ ਕਿਸੇ ਦੂਰ ਕੋਈ ਬੰਦ ਟੁੱਟ ਜਾਏ ਨਾ ਜਦੋਂ, ਤੇ ਲੋਕਾਂ ਨੂੰ ਅਹਿਸਾਸ ਵੀ ਨਾ ਹੋਵੇ ਵੀ ਬੰਦ ਟੁੱਟ ਗਿਆ, ਤੇ ਫਿਰ ਪਾਣੀ ਸਿੱਧਾ ਘਰਾਂ ਨੂੰ ਹੀ ਵੜਦਾ, ਕੋਈ ਸ਼ੱਕ ਨਹੀਂ। ਤੇ ਇਹ ਜਿਹੜਾ ਨਾ ਇਹ ਬੰਦ ਟੁੱਟ ਚੁੱਕਿਆ ਵਾ, ਪਰ ਲੋਕਾਂ ਨੂੰ ਹਲੇ ਨਾ ਅਹਿਸਾਸ ਨਹੀਂ ਹੈ। ਲੋਕ ਆਪਣਾ ਆਰਾਮ ਨਾਲ ਨਾ ਸੁੱਤੇ ਹੋਏ ਆ। ਕਹਿੰਦੇ ਕਿ ਅਗਰ ਕਿਤੇ 50 ਦਰਖਤ ਨਿੰਮ ਦੇ ਲੱਗੇ ਹੋਣ ਨਾ ਨੇੜੇ ਨੇੜੇ, ਤੇ ਟੈਂਪਰੇਚਰ ਕਹਿੰਦੇ 22 ਨਹੀਂ ਤੇ 27 ਤੋਂ ਉੱਪਰ ਤਾਂ ਨਹੀਂ ਜਾਂਦਾ ਹੋਏਗਾ, ਤੇ ਵਰਨਾ 47 ਤੇ ਤਾਂ ਦੌੜਿਆ ਜਾਂਦਾ ਵਾ। ਸਹੀ ਗੱਲ ਹੈ। ਫਿਰ ਇੱਕ ਜਿਹੜਾ ਜ਼ਮੀਨ ਦਾ ਸਾਡਾ ਹੈ ਨਾ, ਉਹ ਹੈ ਹੀ ਇਹ ਆ ਕਿ ਦਰਖਤਾਂ ਦੇ ਯਾਨੀ ਕਿ ਪੱਤੇ ਗਿਰਦੇ ਆ, ਉਹ ਜ਼ਮੀਨ ਦੀ ਖੁਰਾਕ ਆ, ਤੇ ਜ਼ਮੀਨ ਯਾਨੀ ਕਿ ਜਿਹੜੀ ਫਸਲਾਂ ਨੂੰ ਖੁਰਾਕ ਦਿੰਦੀ ਆ। ਹੁਣ ਜਦੋਂ ਅਸੀਂ ਦਰਖਤ ਜਿਹੜੇ ਆ ਨਾ ਕੱਟ ਦਿੱਤੇ, ਤੇ ਜ਼ਮੀਨ ਦੀ ਢਾਂਪ ਬਿਲਕੁਲ ਨਹੀਂ ਰਹੀ। ਬਿਲਕੁਲ ਉਹ ਸਹੀ ਗੱਲ, ਬਿਲਕੁਲ ਜ਼ਮੀਨ ਦਾ ਖੁਰਾਕ ਵਾਲਾ ਨਾ ਅਸੀਂ ਸਿਸਟਮ ਖਤਮ ਕਰ ਦਿੱਤਾ। ਇਹਦੀ ਬਿਲਕੁਲ ਮਿਸਾਲ ਇਸ ਤਰ੍ਹਾਂ ਵਾ ਵੀ ਜਿਸ ਤਰ੍ਹਾਂ ਸਾਡੇ ਕੋਲ ਨਾ ਕੋਈ ਮੁਲਾਜ਼ਮ ਹੋਵੇ ਬਗੈਰ ਤਨਖਾਹ ਤੋਂ, ਔਰ ਉਹ ਘਰ ਨੂੰ ਬੜਾ ਸਾਫ਼ ਸੁਥਰਾ ਬਣਾ ਕੇ ਰੱਖਦਾ ਹੋਵੇ। ਹੈਂ, ਅਸੀਂ ਜਨਾਬ ਉਹ ਮੁਫਤ ਵਾਲਾ ਮੁਲਾਜ਼ਮ ਕੱਢ ਦਿੱਤਾ। ਜਿਹੜੇ ਮਾਈਕਰੋ ਆਰਗੈਨਿਜ਼ਮ ਬੈਕਟੀਰੀਆ ਸੀ, ਖਾਦਾਂ ਸਪਰੇਆਂ ਨਾਲ ਉਹ ਮਾਰ ਦਿੱਤੇ, ਤੇ ਅਸੀਂ ਨਾ ਹੁਣ ਤਨਖਾਹਦਾਰ ਯਾਨੀ ਕਿ ਨਾ ਜਿਹੜਾ ਕੋਈ ਮਹੀਨੇ 2 ਮਹੀਨੇ ਬਾਅਦ ਆਉਂਦਾ ਵਾ, ਘੱਟਾ ਵੀ ਪਿਆ ਵਾ, ਉਹ ਸਮਾਨ ਦੀ ਵੀ ਭੰਨ ਤੋੜ ਕਰਦਾ ਵਾ, ਅਸੀਂ ਉਹ ਮੁਲਾਜ਼ਮ ਰੱਖ ਲਿਆ ਵੀ ਜਿਹਦੀ ਤਨਖਾਹ ਵੀ ਚੰਗੀ ਆ, ਹੈਂ, ਤੇ ਉਹ ਸਮਾਨ ਵੀ ਤੋੜਦਾ ਵਾ, ਔਰ ਉਹ ਆਂਦਾ ਵੀ ਯਾਨੀ ਕਿ ਕਦੇ ਕਧਾਰ ਆ। ਹੈਂ, ਇਹ ਅਸੀਂ ਜਿਹੜਾ ਸਿਸਟਮ ਇਹ ਹਲ ਚਲਾਉਣ ਦਾ, ਇਹਦਾ ਖਾਦਾਂ ਦਾ, ਸਪਰੇਆਂ ਦਾ ਇਹ ਕੀਤਾ ਨਾ, ਇਹਦੇ ਨਾਲ ਸਾਡੀ ਜ਼ਮੀਨ ਦੀ ਪੈਦਾਵਾਰ ਜਿਹੜੀ ਆ ਨਾ ਉਹ ਘਟਦੀ ਗਈ। ਤੇ ਅਸਲ ਜਿਹੜੀ ਹੈ ਨਾ ਸੋਇਲ ਦੀ ਟਰੀਟਮੈਂਟ, ਹੁਣ ਅਸੀਂ ਕਹਿ ਦਿੰਦੇ ਆ ਆਰਗੈਨਿਕ 'ਚ ਆਮ ਤੌਰ 'ਤੇ ਨਾ ਕਿਹਾ ਜਾਂਦਾ ਕਿ ਉਹ ਪਾਓ ਜੀ ਤੁਸੀਂ ਆਰਗੈਨਿਕ ਮੈਟਰ ਪਾਓ। ਇੱਕ ਹੈਗਾ ਵਾ ਕੁਦਰਤੀ ਖੇਤੀ, ਹਾਂਜੀ, ਨੈਚੁਰਲ, ਜਿਹਨੂੰ ਨੈਚੁਰਲ। ਉਹਦਾ ਇਹ ਹੈ ਕਿ ਤੁਸੀਂ ਕੁਛ ਨਹੀਂ ਯਾਰ, ਤੁਸੀਂ ਸਿਸਟਮ ਠੀਕ ਕਰਨਾ ਵਾ। ਤੁਸੀਂ ਉਹ ਜਿਹੜੇ ਬੈਕਟੀਰੀਆ ਹੈ ਨਾ, ਉਹਨਾਂ ਦਾ ਜਿਹੜਾ ਸਰਕਲ ਟੁੱਟ ਚੁੱਕਿਆ ਉਹਨੂੰ ਬਹਾਲ ਕਰੋ। ਉਹ ਬੈਕਟੀਰੀਆ ਦਾ ਕੰਮ ਆ, ਉਹ ਆਪੇ ਹੀ ਫਸਲ ਨੂੰ ਯਾਨੀ ਕਿ ਜ਼ਮੀਨ ਨੂੰ, ਸਾਇਲ ਨੂੰ ਜਿਹੜਾ ਵਾ ਨਾ ਉਹ ਕਰਨਗੇ, ਤੇ ਉਹ ਆਪੇ ਹੀ ਚੀਜ਼ਾਂ ਯਾਨੀ ਕਿ ਜਿਹੜੀਆਂ ਨਾ ਆਹਿਸਤਾ ਆਹਿਸਤਾ ਲਾਈਨ 'ਚ ਆ ਜਾਂਦੀਆਂ ਵਾ। ਰਾਣਾ ਸਾਹਿਬ, ਆਹ ਤੂਤ ਦਾ ਬੂਟਾ ਆ, ਹਾਂ, ਤੇ ਤੂਤ ਖਤਮ ਹੋ ਗਏ ਆ। ਇਹਦੇ ਤੋਂ ਤੂਤ ਨਾ ਜੀ ਲੋਕਾਂ ਨੇ ਬੜੇ ਇੱਥੋਂ ਆ ਕੇ ਜੀ ਉਹ ਕੀਤੇ ਆ, ਖਾਦੇ ਆ, ਤੇ ਹੁਣ ਇਹਦੇ ਉੱਤੇ ਤੂਤ ਜਿਹੜਾ ਨਾ ਜੀ ਦੇਖਣ ਨੂੰ ਵੀ ਮੇਰੇ ਖਿਆਲ ਦੇ ਵਿੱਚ ਇਹ ਹੈ ਹੁਣ ਕੋਈ 15-20 ਅਪ੍ਰੈਲ, ਤੇ ਇਹ ਤਕਰੀਬਨ ਮਾਰਚ ਦੇ ਨਾ ਆਖਰੀ ਦਿਨਾਂ ਤੱਕ ਸਾਡਾ ਤੂਤਾਂ ਨਾਲ ਨਾ ਬੜਾ ਪੁਰਾਣਾ ਸੰਬੰਧ ਆ। ਉਹ ਇਸ ਤਰ੍ਹਾਂ ਜਦੋਂ ਮੈਂ ਸਰਾਏ ਚੀਂਬਾ ਗੱਗਾ ਸਰਾਏ ਦੇ ਨਾਲ ਪੜ੍ਹਦਾ ਸੀ ਨਾ, ਅਸੀਂ 14 ਬੰਦੇ ਸੀ ਉੱਥੇ 8ਵੀਂ 'ਚ, ਤੇ ਅਸੀਂ ਤੂਤਾਂ ਵਾਲੇ ਮੌਸਮ ਵਿੱਚ ਸਕੂਲ ਨੂੰ ਅਕਸਰ ਦੌੜ ਜਾਂਦੇ ਸੀ ਛਾਂਗੇ ਮੰਗੇ ਤੂਤ ਖਾਣ ਲਈ। ਕੀ ਬਾਤ ਹੈ ਸਾਹਿਬ, ਤਾਂ ਜੀ ਤੁਹਾਡਾ ਤਾਂ ਹਰ ਸ਼ੈ ਨਾਲ ਹੀ ਸੰਬੰਧ ਆ ਜੀ। ਤੇ ਰਾਣੇ ਸਾਹਿਬ, ਇਹ ਦੇਖੋ ਤੁਸੀਂ ਵੀ ਆ ਮਿਰਚ ਲੱਗੀ ਹੈ, ਨਹੀਂ ਮਾਸ਼ਾਅੱਲਾ, ਬਹੁਤ ਬਹੁਤ ਹੈ, ਹਾਂ ਬਹੁਤ ਜ਼ਬਰਦਸਤ। ਇਹਦੀ ਫਰੂਟਿੰਗ ਤੁਸੀਂ ਚੈੱਕ ਕਰੋ, ਛੋਟਾ ਜਿਹਾ ਬੂਟਾ, ਰੱਬ ਦੇ ਦੇਣ ਵੱਲੋਂ। ਮੈਂ ਅੱਗੇ ਵੀ ਕਿੰਨੀ ਵਾਰੀ ਇਹ ਗੱਲ ਕੀਤੀ ਆ ਵੀ ਰਾਣਾ ਸਾਹਿਬ ਕੋਈ ਕਮੀ ਨਹੀਂ ਹੈਗੀ, ਬਸ ਅੱਗੋਂ ਕੋਈ ਬਸ ਮੁਕੱਦਰ ਨਸੀਬ ਇਦਾਂ ਦੇ ਚੱਲ ਰਹੇ ਆ। ਚਲੋ ਕੋਈ ਗੱਲ ਨਹੀਂ। ਤੇ ਗੱਲ ਕਰ ਰਹੇ ਸੀ ਤੂਤਾਂ ਦੀ, ਵੀ ਉੱਥੋਂ 14 ਚੋਂ ਅਸੀਂ 8 ਬੰਦੇ ਵੀ ਦੌੜ ਜਾਂਦੇ ਸੀ, ਸਾਨੂੰ ਕੋਈ ਪੁੱਛਦਾ ਨਹੀਂ ਸੀ ਅਗਲੇ ਦਿਨ ਵੀ ਕਿਉਂ 8 ਕਿਹੜੇ ਦੌੜ ਗਏ। ਅੱਛਾ, ਉੱਥੇ ਬੱਸ 'ਚ ਬਹਿਣਾ, ਤੇ ਜੰਬਰ ਤੋਂ ਯਾਨੀ ਕਿ ਛਾਂਗੇ ਮਾਂਗੇ ਨੂੰ ਉੱਥੇ ਤੂਤ ਜਿੰਨੇ ਖਾਏ ਜਾਣੇ, ਖਾਣੇ ਛਾਪਰਾਂ 'ਚ ਜਿਹੜੇ ਪਾਣੇ ਉਹ ਲੈਣੇ। ਫਿਰ ਉੱਥੇ ਇਹਨਾਂ ਦਿਨਾਂ 'ਚ ਲੂਚੇ ਵੀ ਹੁੰਦੇ ਸੀ, ਹੈਂ, ਉਹ ਜਿਹੜੇ ਆ ਨਾ ਉਹ ਤੋੜਨੇ। ਆਪਣਾ ਸ਼ਾਮ ਨੂੰ ਫਿਰ ਉਹ 5 ਮੀਲ ਪੈਦਲ ਟੁਰਨਾ ਪੈਂਦਾ ਸੀ, ਉਹ ਆਪਣਾ ਟੁਰਦੇ ਟੁਰਦੇ ਘਰ ਪਹੁੰਚ ਜਾਂਦੇ ਸੀ। ਅੱਛਾ ਰਾਣਾ ਸਾਹਿਬ, ਜਿੱਦਾਂ ਆਪਾਂ ਗੱਲ ਕੀਤੀ ਆ ਗਾਣੇ ਤੇ, ਅੱਜ ਮੈਂ ਕਹਿੰਦਾ ਕੋਈ ਵੀ ਸ਼ਾਇਰ ਆ ਜਿਹੜਾ ਨਾ, ਉਹ ਜਦੋਂ ਵੀ ਕੋਈ ਗੱਲ ਲਿਖਦਾ ਨਾ, ਉਹ ਕੋਈ ਨਾ ਕੋਈ ਉਹਦੇ ਜ਼ਿਹਨ ਦੇ ਵਿੱਚ ਪਿੱਛੇ ਕੋਈ ਨਾ ਕੋਈ ਉਹ ਗੱਲ ਹੁੰਦੀ ਆ, ਉਹ ਤਾਂ ਉਸ ਹਿਸਾਬ 'ਚ ਲਿਖੀ ਜਾਂਦੀ ਆ। ਹੈ ਵਾਕਿਆ ਕੋਈ ਚੀਜ਼ ਕਿਸੇ ਨਾ ਕਿਸੇ, ਕੋਈ ਤਿਉਹਾਰ, ਹਾਂ ਬਿਲਕੁਲ। ਬਾਕੀ ਅਸੀਂ ਤਾਂ ਚਲੋ ਅਸੀਂ ਤਾਂ ਸਿਰਫ ਉਹਦਾ ਮਿਊਜ਼ਿਕ ਸੁਣ ਕੇ, ਕੋਈ ਇਹੋ ਜਿਹੀਆਂ 4 ਗੱਲਾਂ ਸੁਣ ਕੇ ਰਾਜੀ ਹੋ ਕੇ ਤੇ ਢੋਲ ਢਮੱਕਾ ਵਜਾ ਕੇ ਤੇ ਰਾਜੀ ਹੋ ਜਾਂਦੇ ਆ, ਲੇਕਿਨ ਇਹਦੇ ਪਿੱਛੇ ਤਾਂ ਬੜੀ ਫੀਲਿੰਗ ਹੁੰਦੀਆਂ ਜੀ ਸ਼ਾਇਰ ਦੀ, ਜਿਹੜੀ ਉਹ ਅਸਲ ਵਿੱਚ ਜਿਹੜੀ ਚੀਜ਼ਾਂ ਦਾ ਹੁੰਦਾ ਨਾ। ਮੈਂ ਇੱਕ ਦਿਨ ਗੱਲ ਕਰ ਰਿਹਾ ਸੀ ਕਿ ਇਰਫਾਨ ਨਾਲ, ਕਿ ਫੁੱਟਬਾਲ ਜਿਹੜਾ ਵਾ ਨਾ ਵੀ ਉਹ ਕਿਉਂ ਲਾਤੀਨੀ ਅਮਰੀਕਾ 'ਚ ਜ਼ਿਆਦਾ ਵਾ ਤੇ ਏਸ਼ੀਆ 'ਚ ਕਿਉਂ ਨਹੀਂ ਹੈ, ਇੱਥੇ ਯਾਨੀ ਕਿ ਸਾਡੇ ਖਾਸ ਤੌਰ ਤੇ ਸਬ ਕੰਟੀਨੈਂਟ 'ਚ। ਵੀ ਉੱਥੇ ਜਿਹੜਾ ਅਰਜਨਟਾਈਨ, ਬ੍ਰਾਜ਼ੀਲ, ਯੂਰਾਗੋਏ, ਪੈਰਾਗੋਏ, ਚਿਲੀ, ਇੱਥੇ ਕਬਜ਼ਾ ਹੈ ਸੀ ਸਪੇਨ ਦਾ ਤੇ ਪੁਰਤਗਾਲ ਦਾ। ਇਹ ਪੁਰਤਗਾਲ ਤੇ ਸਪੇਨ ਦੀਆਂ 9 ਵਾਦੀਆਂ ਸੀ। ਸਪੇਨ ਤੇ ਪੁਰਤਗਾਲ 'ਚ ਫੁੱਟਬਾਲ ਜਿਹੜਾ ਵਾ ਨਾ ਜ਼ਿਆਦਾ ਖੇਡਿਆ ਜਾਂਦਾ। ਉਹਦੇ ਅਸਰ ਕਰਕੇ ਨਾ
ਉੱਥੇ ਫੁੱਟਬਾਲ ਜਿਹੜਾ ਵਾ ਨਾ, ਹੁਣ ਬ੍ਰਾਜ਼ੀਲ ਤੇ ਅਰਜਨਟਾਈਨ, ਮੈਂ ਕਹਿੰਦਾ ਸੀ ਵੀ ਇਹਨਾਂ ਦਾ ਕੀ ਯਾਰ ਆਪਸ ਵਿੱਚ ਜਿਹੜਾ ਰੌਲਾ, ਹੁਣ ਅਰਜਨਟਾਈਨ ਜਿਹੜਾ ਵਾ ਉਹ ਰਿਹਾ ਵਾ ਸਪੇਨ ਦੀ ਨੌਵਾਦੀ, ਤੇ ਜਿਹੜਾ ਹੈ ਆ ਬ੍ਰਾਜ਼ੀਲ ਉਹ ਪੁਰਤਗਾਲ ਦੀ ਰਿਹਾ ਵਾ। ਇਸ ਤਰ੍ਹਾਂ ਯੂਰਾਗੋਏ ਉਹਦੇ ਵਿੱਚੋਂ ਹੀ ਨਿਕਲਿਆ ਵਾ, ਬ੍ਰਾਜ਼ੀਲ ਚੋਂ ਹੀ। ਯਾਨੀ ਕਿ ਇਹਨਾਂ ਦੀ ਉਹ ਇਸ ਤਰ੍ਹਾਂ ਬਲਕਿ ਬੜੀ ਲੰਬੀ ਚੌੜੀਆਂ ਜੰਗਾਂ, ਯਾਨੀ ਕਿ ਪੈਰਾਗੋਏ ਦੀ ਤੇ ਬ੍ਰਾਜ਼ੀਲ ਵਗੈਰਾ ਦੀ ਉਹ ਵੀ ਹੋਈ ਆ। ਤੇ ਉਹ ਚੀਜ਼ਾਂ ਜਦੋਂ ਤੱਕ ਸਾਨੂੰ ਬੈਕਗਰਾਉਂਡ ਦਾ ਨਹੀਂ ਨਾ, ਫਿਰ ਉਹ ਬੰਦਾ ਸਹੀ ਐਨਾਲਿਸਿਸ ਨਹੀਂ ਕਰ ਸਕਦਾ ਹੈ ਵੀ ਇਹ ਕਿਉਂ। ਹੁਣ ਜੇ ਬੰਦਾ ਪੁੱਛੇ ਵੀ ਹਾਂ ਯਾਰ ਕਿਉਂ ਵੀ ਇੱਥੇ ਪਾਕਿਸਤਾਨ, ਇੰਡੀਆ, ਸ੍ਰੀਲੰਕਾ, ਬੰਗਲਾਦੇਸ਼ ਵੀ ਇੱਥੇ ਕਿਉਂ ਨਹੀਂ ਫੁੱਟਬਾਲ ਹੈ ਵੀ ਉਹ ਲਾਤੀਨੀ ਅਮਰੀਕਾ ਦੇ ਸਾਰੇ ਮੁਲਕਾਂ 'ਚ ਫੁੱਟਬਾਲ ਆ, ਜਾਂ ਅਫਰੀਕਾ ਦੇ ਮੁਲਕਾਂ 'ਚ, ਕਿਉਂਕਿ ਉੱਥੇ ਅਫਰੀਕਾ 'ਚ ਫਰਾਂਸ, ਇਟਲੀ ਵਗੈਰਾ ਉਹਨਾਂ ਦਾ ਹੈ ਸੀ, ਉੱਥੇ ਜਰਮਨੀ, ਉਹ ਕਿਉਂਕਿ ਜ਼ਿਆਦਾ ਫੁੱਟਬਾਲ ਕੇ ਕ੍ਰਿਕਟ ਜਿਹੜਾ ਅੰਗਰੇਜ਼ ਖੇਡਦੇ ਸੀ, ਆਸਟ੍ਰੇਲੀਆ, ਨਿਊਜ਼ੀਲੈਂਡ, ਵੈਸਟ ਇੰਡੀਜ਼ ਤੇ ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਜਿੱਥੇ ਜਿੱਥੇ ਅੰਗਰੇਜ਼ਾਂ ਦਾ ਅਸਰ ਸੀ ਉੱਥੇ ਕ੍ਰਿਕਟ ਆਈ। ਸਹੀ ਗੱਲ ਹੈ। ਤੇ ਇਸ ਤਰ੍ਹਾਂ ਯਾਨੀ ਕਿ ਗਾਣਿਆਂ ਦਾ ਵੀ ਜਿਹੜਾ ਨੇ ਇੱਕ ਪੂਰੀ ਉਹਨਾਂ ਦੇ ਪਿੱਛੇ ਪੂਰੀ ਕਹਾਣੀਆਂ, ਪੂਰੀ ਕਹਾਣੀ ਹੁੰਦੀ। ਜਿਸ ਤਰ੍ਹਾਂ ਸਾਡੇ ਢੋਲਾ ਜਿਹੜਾ ਵਾ, ਢੋਲੇ ਗਾਏ ਜਾਂਦੇ, ਢੋਲੇ 'ਚ ਬੜੀ ਦਾਸਤਾਨਾਂ ਬਿਆਨ ਕੀਤੀਆਂ ਜਾਂਦੀਆਂ। ਇਦਾਂ ਹੀ ਅਖਾਣ ਆ, ਇਦਾਂ ਹੀ ਜਨਾਬ ਜੀ ਆਪਣਾ ਢੋਲੇ ਮਾਈਏ ਜਿੱਦਾਂ ਤੁਸੀਂ ਕਹੀ ਆ, ਉਹ ਇਦਾਂ ਹੀ ਸ਼ੇਰ ਵੀ ਕੋਈ ਸ਼ਾਇਰ ਲਿਖਦਾ। ਤੇ ਰਾਣਾ ਸਾਹਿਬ ਆ ਹੈਗੀ ਆ ਜੀ, ਇਹ ਆ ਨੇਚਰ ਵੈਰਾਈਟੀ ਜਿਹੜੀ ਆਪਾਂ ਹੁਣ ਇਹ ਤੜਾਈ ਆ, ਇਹਦਾ ਤੇ ਉਹਦਾ ਕੱਦ ਦੇਖੋ ਤੁਸੀਂ। ਨਹੀਂ ਬੜਾ ਵਾਧੇ ਫਰਕ ਆ, ਇਹ ਦੇਖੋ ਤੁਸੀਂ। ਨਹੀਂ ਇਹ ਮਿਰਚ ਵੀ ਲੰਬੀ ਆ, ਇੰਨਾ ਫਰਕ ਆ ਵੀ ਇਹ ਜਿਹੜੀ ਇਧਰਲੀ ਇਹ ਨੇਚਰ ਹੈਗੀ ਆ, ਇਹ ਹੈਗੀ ਆ 1954। ਇਹਦਾ ਕੱਦ ਦਾ ਤੁਸੀਂ ਇਹ ਦੇਖੋ ਵੀ ਇੰਨਾ ਫਰਕ ਆ। ਤੇ ਬੱਲ ਇਹ ਬੜੀ ਚੰਗੀ ਵੈਰਾਈਟੀ ਹੈ ਜਿਹੜੀ ਆ, ਉਹ ਵੀ ਬਹੁਤ, ਉਹ ਤਕਰੀਬਨ ਇੱਕ ਤੁਸੀਂ ਦੱਸ 170 ਬੈਗ ਯਾਨੀ ਕਿ ਪਰ ਰਾਣਾ ਸਾਹਿਬ ਆ ਦੇਖੋ ਨਾ, ਇਹਦੇ ਚ ਆ ਇੱਕ ਲਾਈਨ ਨਹੀਂ ਹੈਗੀ, ਠੀਕ ਆ। ਇਹ 3.5 ਟਨਲ ਬਣਦੇ ਆ, ਇਹਦੇ ਤੋਂ 35 ਤੋੜੇ ਆਏ ਆ, ਯਾਨੀ ਕਿ 10 ਤੋੜੇ ਯਾਨੀ ਕਿ ਜਿਹੜਾ ਵਾ ਨਾ ਇੱਕ ਟਨਲ ਤੋਂ ਆਏ ਆ। ਹਾਂਜੀ, ਤੇ ਤੁਸੀਂ ਹਿਸਾਬ ਲਾ ਲਓ ਵੀ ਇਹ 16 ਟਨਲਾਂ ਹੁੰਦੀਆਂ, ਤੇ 16 ਟਨਲਾਂ ਦਾ ਆਪੇ 165 ਹੋ ਗਏ। 100 ਬਿਲਕੁਲ 160 65 ਤੋੜਾ ਬੜੀ ਐਵਰੇਜ ਹੈ ਜੀ। ਇਹ ਬੜੀ ਚੰਗੀ ਵੈਰਾਈਟੀ ਆ ਮੇਰੇ ਹਿਸਾਬ ਦੇ ਨਾਲ, ਰੇਟ ਦੇ ਹਿਸਾਬ ਦੇ ਨਾਲ ਵੀ ਚਲੋ ਉਹਦੇ ਨਾਲੋਂ ਬੜੀ ਬਿਹਤਰ ਆ, ਪੈਦਾਵਾਰ ਵੀ ਜ਼ਿਆਦਾ ਵਾ। ਹਾਂਜੀ, ਇਹਦੇ ਤੇ ਥੋੜੀ ਜਿਹੀ ਮਜ਼ਦੂਰੀ ਤੁਹਾਨੂੰ ਜ਼ਿਆਦਾ ਪੈ ਜਾਂਦੀ ਆ, ਕਿਉਂਕਿ ਇਹ ਬਰੀਕ ਮਿਰਚ ਆ ਥੋੜੀ ਜੀ। ਤੇ ਜੇ ਹਿਸਾਬ ਲਾਈਏ ਤਾਂ ਪੈਦਾਵਾਰ ਉਹਦੇ ਨਾਲੋਂ ਜ਼ਿਆਦਾ ਬਣਦੀ ਆ ਵੀ ਇਹ ਬਰੀਕ ਹੋ ਕੇ ਵੀ ਤੋੜਾ ਭਰਦੀ ਆ। ਰਾਣਾ ਸਾਹਿਬ ਅੱਛੀ ਵੈਰਾਈਟੀ ਹੈ ਜੀ, ਨੇਚਰ ਦੀ, ਮਾੜੀ ਨਹੀਂ ਹੈ। ਅੱਛਾ ਰਾਣਾ ਸਾਹਿਬ, ਇਹ ਦੱਸੋ ਤੁਸੀਂ ਵੀ ਇਹ ਤੁਸੀਂ ਪਿੱਪਲ ਦਾ ਰੰਗ ਤੁਸੀਂ ਇੰਜ ਇਸ ਟਾਈਮ ਲੱਗਦਾ ਵੀ ਜਿਵੇਂ ਨਾ ਇਹ ਕੋਈ ਜਰਦੀ ਸੋਨਾ ਫੇਰਿਆ ਆਇਆ ਜਾਂ ਕੋਈ ਹੈ ਵੀ ਹਰਾ ਨਹੀਂ ਹੈ। ਬਾਕੀ ਦਰਖਤਾਂ ਤੇ ਜਦੋਂ ਬਹਾਰ ਆਉਂਦੀ ਹੈ ਨਾ ਰਾਣਾ ਸਾਹਿਬ, ਇਹਦੇ ਉੱਤੇ ਖਜ਼ਾਂ ਆ ਜਾਂਦੀ ਹੈ। ਅਸਲ 'ਚ ਦਰਖਤਾਂ ਦਾ ਨਾ ਉਹ ਮੋਸਟਲੀ ਜ਼ਿਆਦਾ ਦਰਖਤ 15 ਫਰਵਰੀ ਤੋਂ ਬਾਅਦ ਫੁੱਟਦੇ ਆ, ਤੇ ਜਿਹਦੇ 'ਚ ਸਾਡੇ ਨਿੰਬ, ਬਕੈਣ, ਤਰੇਕ, ਸ਼ਤੂਤ, ਆੜੂ, ਇਸ ਲੇਕਿਨ ਕੁਛ ਦਰਖਤ ਜਿਹੜੇ ਆ ਨਾ ਉਹਨਾਂ ਦਾ ਲੇਟ ਆ। ਪਾਪੂਲਰ ਜਿਸ ਤਰ੍ਹਾਂ ਅਪ੍ਰੈਲ ਜੇ 'ਚ ਹੈ, ਪਾਪੂਲਰ ਤੇ ਜਿਹੜੀ ਆ ਨਾ ਉਹ ਤਕਰੀਬਨ ਐਂਡ ਮਾਰਚ ਜੇ 'ਚ ਫੁੱਟਣਾ ਸ਼ੁਰੂ ਹੁੰਦਾ ਵਾ। ਇਹ ਪਿੱਪਲ ਆ ਨਾ ਜਿਹੜਾ ਤੁਹਾਡਾ ਪਿੱਪਲ ਕੁਛ ਜ਼ਿਆਦਾ ਲੇਟ ਹੋ ਗਿਆ, ਸਾਡਾ ਪਿੱਪਲ ਆ ਨਾ ਜਿਹੜਾ ਉਹਦੇ ਪੱਤੇ ਝੜ ਗਏ ਆ, ਉਹਦੇ ਪੱਤੇ ਨਵੇਂ ਆ ਗਏ ਆ। ਤੇ ਇਹਦੇ ਜਿਹੜੇ ਆ ਨਾ, ਕਿਉਂਕਿ ਹੋ ਸਕਦਾ ਕਿ ਇਹਨੂੰ ਪਾਣੀ ਦੀ ਯਾਨੀ ਕਿ ਜਿਹੜੀ ਆ ਨਾ ਕਮੀ ਦਾ ਹੋਵੇ, ਕਿਉਂਕਿ ਸਾਡੇ ਉੱਥੇ ਪਿੱਪਲ ਆ ਨਾ ਜਿਹੜਾ ਉਹਨੂੰ ਪਾਣੀ ਲੱਗਦਾ ਰਹਿੰਦਾ ਵਾ ਹੈ। ਤੇ ਇਸ ਤਰ੍ਹਾਂ ਯਾਨੀ ਕਿ ਜਿਸ ਤਰ੍ਹਾਂ ਅਗਲੇ ਮਈ ਜੇ ਦਿਨਾਂ 'ਚ ਦੇਖੋ ਨਾ, ਅਮਲਤਾਸ, ਉਹ ਪੀਲੇ ਰੰਗ ਦੇ ਫੁੱਲ ਬੜੇ, ਜਿੱਥੇ ਕਿਤੇ ਜੇ ਕਿਤੇ 10-20 ਪੌਦੇ ਲੱਗੇ ਹੋਣ ਉਹਨਾਂ ਦੇ ਉਹ ਫੁੱਲ ਜਿਹੜੇ ਹਾਰਾਂ ਤਰ੍ਹਾਂ ਲਮਕੇ ਹੁੰਦੇ ਯਾਰ, ਬਹੁਤ ਅੱਛਾ, ਬਹੁਤ ਸੋਹਣਾ ਲੱਗਦਾ ਵਾ। ਸੁਹਾਂਜਣੇ ਦਾ ਜਿਹੜਾ ਵਾ ਉਹਦਾ ਵੀ ਤਕਰੀਬਨ ਇਸ ਤਰ੍ਹਾਂ ਪੱਤੇ ਮੁਖਤਲਿਫ ਦਿਨਾਂ 'ਚ ਜਿਹੜਾ ਵਾ ਨਾ ਕਰਦੇ ਰਹਿੰਦੇ ਆ। ਇਹ ਚੱਲਦੇ, ਹਰ ਦਰਖਤ ਦਾ ਨਾ ਆਪਣਾ ਆਪਣਾ ਹੈ ਆ। ਇਹ ਫਿਰ ਕੁਛ ਐਸੇ ਹੁੰਦੇ ਆ ਜਿਨ੍ਹਾਂ ਨੂੰ ਸਦਾਬਹਾਰ ਇੱਕ ਕਿਸਮ ਦੇ ਗਿਣਿਆ ਜਾਂਦਾ ਵੀ ਉਹ ਉਹਨਾਂ ਦੇ ਖਜ਼ਾਨ ਦੀ। ਇਹ ਵੀ ਹੁਣ ਪਿੱਪਲ ਵੀ ਟੋਟਲੀ ਤੌਰ ਤੇ ਫਰਕ ਨਹੀਂ ਹੋਏਗਾ, ਜਿਸ ਤਰ੍ਹਾਂ ਟੋਟਲੀ ਤੌਰ ਤੇ ਟਾਹਲੀ ਫਰਕ ਹੁੰਦੀ ਆ, ਕਿੱਕਰ ਫਰਕ ਹੁੰਦੀ ਆ, ਨਿੰਬ, ਤਰੇਕ ਵਗੈਰਾ ਜਿਹੜੀ ਆ ਇਹ ਫਰਕ ਹੁੰਦੇ, ਸ਼ਤੂਤ ਹੈ। ਇਸ ਤਰ੍ਹਾਂ ਕੁਛ ਪੌਦੇ ਆ ਜਿਹੜੇ ਕਿ ਜਿਨ੍ਹਾਂ ਦੇ ਪੱਤੇ ਝੜਦੇ ਵੀ ਰਹਿੰਦੇ, ਲੱਗਦੇ ਵੀ ਰਹਿੰਦੇ ਆ ਹੈ। ਪਿਲਖਣ ਦਾ ਦੇਖ ਲਓ, ਪਿਲਖਣ ਤੇ ਨਹੀਂ ਤੁਹਾਨੂੰ ਕਹਿਣਗੇ ਕਦੇ ਵੀ ਖਜ਼ਾਨ ਜੀ ਨਜ਼ਰ ਆਏਗੀ। ਸਹੀ ਗੱਲ, ਸਹੀ। ਬਲਕਿ ਇਹਦੇ 'ਚ ਕਿਹਾ ਜਾਂਦਾ ਕਿ ਜਿਹੜੇ ਚੰਡੀਗੜ੍ਹ ਉਹਨਾਂ ਤੇ ਬਲਕਿ ਯਾਰ ਕਰਨਾ ਵਾ ਵਲਾਗ, ਰੰਧਾਵਾ ਸਾਹਿਬ ਜਿਹੜੇ ਆ ਨਾ ਉਹ ਬਾਟਨੀ ਦੇ ਹੈ ਸੀ। ਉਹਨਾਂ ਨੇ ਕਹਿੰਦੇ ਉੱਥੇ ਚੰਡੀਗੜ੍ਹ 'ਚ ਨਾ ਉਹ ਦਰਖਤ ਲੱਭ ਕੇ ਲਾਏ ਵੀ ਜਿਨ੍ਹਾਂ ਤੇ ਖਜ਼ਾਨੀ ਆਉਂਦੀ ਹੈ। ਤੇ ਉਹਨਾਂ ਦਾ ਵੈਸੇ ਪੰਜਾਬ 'ਚ ਕਿਸਾਨਾਂ ਦੇ ਸਿਲਸਿਲੇ 'ਚ ਵੀ ਜਿਹੜਾ ਵਾ ਨਾ ਉਹ ਬੜਾ ਕੰਮ ਹੈ ਆ।
ਤੇ ਉਹ ਜਨਾਬ ਉਹਨਾਂ ਤੇ ਨਾ ਆਪਾਂ ਜ਼ਰੂਰ ਇਨਸ਼ਾਅੱਲਾ ਕਰਾਂਗੇ ਜੀ। ਤੇ ਉਹ ਰੱਬੀ ਮੈਨੂੰ ਚੇਤਾ ਆ ਗਿਆ ਵੀ ਸਾਡੇ ਇੱਕ ਵੀਰ ਨੇ ਕਮੈਂਟ ਕੀਤਾ ਸੀ, ਰਾਣਾ ਸਾਹਿਬ ਥੈਲਾ ਚੁੱਕ ਲਿਓ ਉੱਥੇ ਅੰਦਰ ਰੱਖ ਦੇ। ਇਹ ਆਪਣੀ ਪਿਛਲੀ ਵੀਡੀਓ ਤੇ ਰਾਣਾ ਸਾਹਿਬ ਇੱਕ ਕਮੈਂਟ ਆਇਆ ਸੀਗਾ ਵੀ ਭਗਤ ਸਿੰਘ ਸਾਹਿਬ ਤੇ ਵੀਡੀਓ ਤੇ ਇੱਕ ਮੈਡਮ ਰੁੱਥ ਫਾਓ ਸਾਹਿਬਾ ਤੇ ਜੀ ਉਹ ਮੈਂ ਦੱਸਦਾ, ਉਹ ਆਪਣੇ ਭਰਾ ਨੂੰ ਮੈਂ ਕਮੈਂਟ ਵੀ ਕੀਤਾ ਸੀਗਾ ਵੀ ਅਸੀਂ ਭਗਤ ਸਿੰਘ ਸਾਹਿਬ ਤੇ ਅੱਗੇ ਵੀਡੀਓ ਜਿਹੜੀ ਆ ਉਹ ਬਣਾਈ ਹੋਈ ਆ। ਤੇ ਬਾਕੀ ਦੂਸਰੀ ਜਿਹੜੀ ਤੁਸੀਂ ਕਹੀ ਆ ਉਹ ਜਰਮਨ ਹੈਗੀਆਂ ਹਾਂਜੀ, ਉਹਨਾਂ ਦਾ ਬੜਾ ਕੰਮ ਆ ਕੋੜ ਦੀ ਜਿਹੜੀ ਉਹ ਸੀਗੀ ਬਿਮਾਰੀ ਹੈ ਇਹਦੇ ਉੱਤੇ, ਤੇ ਉਹਨਾਂ ਨੇ ਸਾਰੀ ਜ਼ਿੰਦਗੀ ਰਾਣਾ ਸਾਹਿਬ ਆਪਣੀ ਕਰਾਚੀ 'ਚ ਹੀ ਗੁਜ਼ਾਰੀ ਆ, ਇੱਥੇ ਹੀ ਪਾਕਿਸਤਾਨ ਦੇ ਵਿੱਚ। ਉਹਨਾਂ ਉੱਤੇ ਗੱਲਬਾਤ ਕਰਾਂਗੇ। ਬਾਕੀ ਠੀਕ ਹੈਗੀ ਆ ਜੀ ਤੁਹਾਡੀ। ਹੋਰ ਵੀ ਅਗਰ ਕੋਈ ਸਾਡਾ ਸੱਜਣ ਵੀਰ ਕੋਈ ਮਸ਼ਵਰਾ ਦੇਣਾ ਚਾਹਵੇ ਯਾਰ ਦੇ ਦਿਆ ਕਰੋ ਕੋਈ ਗੱਲਬਾਤ, ਕਿਉਂਕਿ ਸਾਡੇ ਵੀ ਜ਼ੇਨ 'ਚ ਆ ਜਾਵੇ ਕੋਈ ਇਦਾਂ ਦੀ ਗੱਲ ਵੀ ਚਲੋ ਯਾਰ ਅਗਰ ਕਿਸੇ ਭਰਾ ਨੇ ਕਿਹਾ ਉਹਦੇ ਉੱਤੇ ਵੀਡੀਓ ਜਿਹੜੀ ਆ ਉਹ ਬਣਾਉਣੀ। ਗਰਮੀ ਬੜੀ ਆ, ਖਾਣੇ ਪੀਣੇ ਦੀ ਵੀਡੀਓ ਤੇ ਵੀ ਕਈ ਦੋਸਤਾਂ ਦੇ ਮੈਸੇਜ ਵੀ ਆਏ ਆ ਵੀ ਤੁਸੀਂ ਕੋਈ ਅੱਜ ਕੱਲ੍ਹ ਕਰ ਨਹੀਂ ਰਹੇ ਹੈਗੇ, ਉਹ ਵੀ ਇਨਸ਼ਾਅੱਲਾ ਜ਼ਰੂਰ ਕਰਾਂਗੇ। ਤੇ ਇੱਕ ਸਾਡੇ ਵੀਰ ਨੇ ਸਾਨੂੰ ਅਰਸ਼ਦ ਸਾਹਿਬ ਨੇ ਉਹ ਪੱਥਰ ਦੇ ਤਵੇ ਭੇਜੇ ਸੀਗੇ, ਹਲੇ ਤੱਕ ਉਹਨਾਂ ਦੇ ਉੱਤੇ ਅਸੀਂ ਵੀਡੀਓ ਬਣਾਉਣ ਦਾ ਹਰ ਰੋਜ਼ ਸੋਚਦੇ ਆ, ਪਰ ਗਰਮੀ ਹਲੇ ਬੜੀ ਆ। ਰਾਤ ਦਾ ਵੀ ਮੌਸਮ ਐਡਾ ਸੈੱਟ ਕੋਈ ਨਹੀਂ ਆ, ਮੱਛਰੀ ਹੋਇਆ ਉਹਦਾ ਕੰਮ ਇਸ ਵਾਸਤੇ ਜੀ ਥੋੜੀ ਜੀ। ਤੇ ਬਾਕੀ ਕੋਈ ਦੋਸਤ ਵੀਰ ਅਗਰ ਕਿਸੇ ਕਿਸਮ ਦੀ ਵੀ ਉਹਨਾਂ ਦੇ ਕੋਲ ਕੋਈ ਉਹ ਹੋਵੇ, ਉਹ ਸਾਡੇ ਨਾਲ ਸਾਂਝ ਉਹਦੀ ਜ਼ਰੂਰ ਕਰਿਆ ਕਰੋ ਵੀ ਫਿਰ ਸਾਨੂੰ ਵੀ ਉਸ ਗੱਲ ਦਾ ਚੇਤਾ ਆਊਗਾ, ਅਸੀਂ ਵੀ ਉਹਦੇ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਵੇਲੇ ਵੇਲਾ ਹੋ ਗਿਆ ਜੀ ਸ਼ਾਮ ਦਾ, ਆਹ ਦੇਖ ਲਓ ਤੁਸੀਂ ਸੂਰਜ ਜਿਹੜਾ ਬਸ ਉਹ ਹੁਣ ਆਪਣੇ ਆਖਰੀ ਗਰੂਬ ਹੋਣ ਦੇ ਉਹਦੇ ਵਿੱਚ ਹੈਗਾ। ਤੇ ਧਾਰਾਂ ਮੈਂ ਪਹਿਲੇ ਕੱਢ ਲਈਆਂ ਸੀਗੀਆਂ, ਉਹ ਧਾਰਾਂ ਇਹ ਦੇਖੋ ਤੁਸੀਂ ਨਹੀਂ ਜੀ ਦੁੱਧ ਹੀ ਹੁਣ ਕੋਈ ਨਹੀਂ ਆਉਂਦਾ ਜੀ। ਤੇ ਇਹ ਜਾਂਦੇ ਉਹਦੇ ਆਪਾਂ ਘਰੇ ਦੇ ਦਾਂਗੇ ਜੀ, ਉਹਦੇ ਕੋਲ ਹੁਣ ਸ਼ਾਮ ਦਾ ਉਹ ਕਹਿੰਦਾ ਦੁੱਧ ਅੱਜ ਗਰਮੀ ਨੇ ਰਾਣਾ ਸਾਹਿਬ ਜਦੋਂ ਗਰਮੀ ਤੇ ਤੂੜੀ ਇਹ ਜਦੋਂ ਡੰਗਰਾਂ ਨੂੰ ਉਹ ਪੈਣ ਲੱਗ ਜਵੇ ਨਾ ਜੀ ਦੁੱਧ ਡੰਗਰ ਘਟ ਜਾਂਦੇ। ਤੇ ਕਣਕ ਆਪਣੀ ਜੀ ਹੁਣ ਤਿਆਰੀ ਤੇ ਹੀ ਹੈ ਜੀ ਕੰਮ, ਤੇ ਇਨਸ਼ਾਅੱਲਾ ਤਾਲਾ। ਤੇ ਲਓ ਜੀ ਸਾਡਾ ਤੇ ਤੁਹਾਡਾ ਸਾਥ ਸੀਗਾ ਇਸ ਵੀਡੀਓ ਦੇ ਵਿੱਚ ਇੱਥੇ ਤੱਕ ਹੀ। ਤੇ ਹੁਣ ਤੁਸੀਂ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਤੇ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦੇ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਮਿਲਾਂਗੇ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ ਨਵੀਂ ਗੱਲਾਂ ਦੇ ਨਾਲ ਜਨਾਬ ਜੀ। ਦੁਆਵਾਂ ਦੇ ਵਿੱਚ ਯਾਦ ਰੱਖਿਓ। ਲਵ ਯੂ ਹੋ ਗਿਆ ਜੀ, ਰੱਬ ਰੱਖਾ।